ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ, ਛੋਟੇ ਘੁੰਮਣਾ ਵਾਲੇ। ਸਾਖੀ ਬਾਂਸ ਸੁਗੰਧ ਨਾ ਹੋਏ। ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਹਰ ਵੇਲੇ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਸਨ। ਉਹ ਕਿੰਨਾ ਚਿਰ ਖਾਮੋਸ਼ ਰਹਿੰਦੇ, ਸ਼ਾਂਤ ਚਿੱਤ, ਨਾ ਬੁੱਲ ਹਿੱਲਣਾ ਨਾ ਜੀਭ ਹਿੱਲਣੀ। ਬਹੁਤ ਵੇਰੀ ਕੇਵਲ ਦੇਹ ਸਰੂਪ ਕਰਕੇ ਹੀ ਇੱਥੇ ਬੈਠੇ ਹੋਏ ਪ੍ਰਤੀਤ ਹੁੰਦੇ ਸਨ, ਪਰ ਅੰਦਰੋਂ ਬਿਰਤੀ ਨਿਰੰਕਾਰ ਨਾਲ ਜੁੜੀ ਹੋਈ ਹੁੰਦੀ ਸੀ। ਬਹੁਤ ਸਾਰੇ ਸ਼ਰਧਾਲੂ ਲੋਕ ਦਰਸ਼ਨ ਲਈ ਆਉਂਦੇ ਰਹਿੰਦੇ। ਸੰਤ ਜੀ ਦੀ ਸਹਿਜ ਅਡੋਲ ਲੱਗੀ ਹੋਈ ਬਿਰਤੀ ਵੇਖ ਕੇ ਉਹ ਨਮਸਕਾਰ ਕਰਕੇ ਚੁੱਪ ਚਪੀਤੇ ਸੰਗਤ ਵਿੱਚ ਬੈਠ ਜਾਂਦੇ। ਸੰਤ ਜੀ ਅਜਿਹੀ ਸਹਿਜ ਅਵਸਥਾ ਵਿੱਚ ਕਈ ਅਗੰਮੀ ਅਮੋਲਕ ਬਚਨ ਵੀ ਉਚਾਰਨ ਕਰਦੇ ਰਹਿੰਦੇ ਸਨ, ਜੋ ਸਦਾ ਹੀ ਅਟਲ ਹੋ ਨਿਬੜਦੇ। ਅੱਠੇ ਪਹਿਰ ਨਾਮ ਸਿਮਰਨ ਵਿੱਚ ਜੁੜੇ ਰਹਿਣ ਕਾਰਨ ਹਮੇਸ਼ਾ ਹੀ ਸੰਤ ਜੀ ਦੇ ਮੁਖਾਰਬਿੰਦ ਚੋਂ ਨਿਕਲਿਆ ਹਰ ਬੋਲ ਸਾਧ ਬਚਨ ਅਟਲਾਦਾ ਹੀ ਹੁੰਦਾ ਸੀ। ਨਿਰੰਤਰ ਗੁਰਬਾਣੀ ਦੇ ਪ੍ਰਵਾਹ ਦੀ ਬਰਕਤ ਨਾਲ ਇਸ ਸੱਚੀ ਸਾਧ ਸੰਗਤ ਵਿੱਚੋਂ ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ, ਪੂਰੀ ਹੋ ਜਾਂਦੀ। ਜੇਕਰ ਕਦੇ ਕਿਸੇ ਨੇ ਖੁਦੀ ਵਿੱਚ ਆ ਕੇ ਸੰਤ ਜੀ ਜਾਂ ਸੰਗਤ ਦੇ ਪ੍ਰਤੀ ਅਪਸ਼ਬਦ ਕਹੇ, ਤਾਂ ਉਹ ਵੀ ਆਕੜ ਪਨਵਾ ਕੇ ਫਿਰ ਨਿਮਾਣਾ ਹੋ ਕੇ ਇਸੇ ਸੰਗਤ ਵਿੱਚ ਆਇਆ। ਸੰਤ ਜੀ ਬ੍ਰਹਮ ਸਰੂਪ ਸਨ, ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ। ਅਜਿਹੇ ਸਾਧੂ ਜਨ ਜੋ ਕਰਦੇ ਹਨ ਉਹ ਪ੍ਰਭੂ ਹੁਕਮ ਵਿੱਚ ਹੀ ਕਰਦੇ ਹੁੰਦੇ ਹਨ। ਕੋਈ ਉਹਨਾਂ ਦੀ ਨਿੰਦਾ ਕਰੇ ਜਾਂ ਵਡਿਆਈ, ਮਹਾਂਪੁਰਖਾਂ ਦੇ ਸੁਭਾਅ ਵਿੱਚ ਕੋਈ ਅੰਤਰ ਨਹੀਂ ਪੈਂਦਾ। ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਵੀ ਹਰ ਵੇਲੇ ਨਾਮ ਸਿਮਰਨ ਅਤੇ ਗੁਰਬਾਣੀ ਗਾਇਨ ਕਰਨ ਵਿੱਚ ਰੁਚਿਤ ਰਹਿੰਦੇ ਸਨ। ਕਬੀਰ ਸਾਹਿਬ ਦਾ ਫਰਮਾਨ ਹੈ, ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਦੀ ਸੰਗਤ ਕਰਕੇ ਬੇਅੰਤ ਲੋਕ ਨਸ਼ੇ, ਵਿਕਾਰ ਅਤੇ ਦੂਜੇ ਭਾਵ ਨੂੰ ਛੱਡ ਕੇ ਗੁਰਮਤਿ ਮਾਰਗ ਵੱਲ ਜੁੜ ਗਏ ਸਨ। ਜਿਨ੍ਹਾਂ ਨੇ ਮਹਾਂਪੁਰਖਾਂ ਦਾ ਬਚਨ ਸੱਤ ਕਰਕੇ ਮੰਨਿਆ, ਉਹ ਪਰਮ ਸੱਤ ਦੇ ਨੇੜੇ ਹੋ ਗਏ। ਤੇ ਅਜਿਹੇ ਕਈ ਲੋਕ ਜਿਹੜੇ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਵੀ ਬਾਂਸ ਦੇ ਰੁੱਖ ਵਾਂਗ ਮਨ ਕਰਕੇ ਕਠੋਰ ਹੀ ਰਹੇ, ਉਹਨਾਂ ਦੀ ਚੰਦਨ ਕੈ ਨਿਕਟੇ ਬਸੈ ਬਾਸ ਸੁਕੰਦ ਨਾ ਹੋਏ ਵਾਲੀ ਅਵਸਥਾ ਸੀ। ਅਰਥਾਤ ਜਿਨ੍ਹਾਂ ਨੇ ਸੰਤ ਜੀ ਦਾ ਬਚਨ ਮੰਨਿਆ ਉਹਨਾਂ ਸਭ ਕੁਝ ਪਾ ਲਿਆ, ਤੇ ਜਿਨ੍ਹਾਂ ਨਾ ਮੰਨਿਆ ਉਹਨਾਂ ਨੂੰ ਪਛਤਾਉਣਾ ਪਿਆ। ਇੱਕ ਪਿੰਡ ਵਿੱਚ ਦਲੇਰ ਸਿੰਘ ਦੇ ਪੁੱਤਰ ਹਰੀ ਸਿੰਘ ਨਾਲ ਇੱਕ ਗੁਰਸਿੱਖ ਬੀਬੀ ਦਾ ਆਨੰਦ ਕਾਰਜ ਹੋ ਗਿਆ। ਕੁਝ ਕੁ ਮਹੀਨੇ ਤਾਂ ਠੀਕ ਲੰਘੇ, ਪਰ ਛੇਤੀ ਹੀ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਅਣਬਣ ਹੋ ਗਈ। ਮਾਤਾ ਪਿਤਾ ਦਾ ਇਕੱਲਾ ਪੁੱਤਰ ਹਰੀ ਸਿੰਘ ਮਾਤਾ ਪਿਤਾ ਦਾ ਆਗਿਆਕਾਰ ਸੀ। ਜਿਸ ਤਰ੍ਹਾਂ ਮਾਤਾ ਪਿਤਾ ਕਹਿੰਦੇ ਉਸੇ ਤਰ੍ਹਾਂ ਹੀ ਕਰਦਾ। ਇੱਕ ਦਿਨ ਸਰਦਾਰ ਦਲੇਰ ਸਿੰਘ ਅਤੇ ਉਸ ਦੀ ਪਤਨੀ ਦੀ ਆਪਣੀ ਨੂੰਹ ਨਾਲ ਕਿਸੇ ਮਾਮੂਲੀ ਪਰਿਵਾਰਕ ਗੱਲ ਤੋਂ ਆਪਸ ਵਿੱਚ ਤਲਖਬਾਜ਼ੀ ਹੋ ਗਈ। ਲੜਾਈ ਝਗੜੇ ਨੂੰ ਜਿੰਨਾ ਘਟਾ ਲਿਆ ਜਾਵੇ ਓਨਾ ਹੀ ਵਧੀਆ ਹੁੰਦਾ ਹੈ, ਓਨਾ ਹੀ ਘਟ ਜਾਂਦਾ ਹੈ, ਤੇ ਜਿੰਨਾ ਵਧਾ ਲਿਆ ਜਾਵੇ ਉਹ ਅੱਗ ਦੇ ਭਾਬੜ ਵਾਂਗ ਬਣ ਕੇ ਸਰਵਨਾਸ਼ ਵੀ ਕਰ ਦਿੰਦਾ ਹੈ। ਗੱਲ ਵੀ ਅਜਿਹੀ ਹੀ ਹੋਈ। ਘਰ ਵਿੱਚ ਨੌਂ ਸੱਸ ਦਾ ਮਾਮੂਲੀ ਝਗੜਾ ਇੱਥੋਂ ਤੱਕ ਵੱਧ ਗਏ ਕਿ ਸੱਸ ਸਹੁਰਾ ਨੇ ਇਸ ਗੱਲ ਤੇ ਅੜੀ ਕਰ ਗਏ ਕਿ ਅਸੀਂ ਆਪਣੀ ਨੂੰਹ ਨੂੰ ਘਰ ਵਿੱਚ ਹੁਣ ਰੱਖਣਾ ਹੀ ਨਹੀਂ। ਆਪਣੇ ਪੁੱਤਰ ਹਰੀ ਸਿੰਘ ਨੂੰ ਉਹਨਾਂ ਨੇ ਇੰਨਾ ਕਠੋਰ ਚਿੱਤ ਬਣਾ ਦਿੱਤਾ ਕਿ ਉਹ ਆਪਣੀ ਪਤਨੀ ਨੂੰ ਘਰ ਵਸਾਉਣ ਦੀ ਗੱਲ ਹੀ ਨਾ ਕਰੇ। ਉਹ ਬਸ ਇੰਨਾ ਹੀ ਕਹੇ ਕਿ ਜਿਵੇਂ ਮੇਰੇ ਮਾਤਾ ਪਿਤਾ ਕਰਨਗੇ ਉੱਦਾਂ ਹੀ ਕਰਨਾ ਹੈ। ਜੇਕਰ ਇਹ ਮੰਨਦੇ ਹਨ ਤਾਂ ਮੈਂ ਰਾਜ਼ੀ ਹਾਂ, ਪਰ ਮਾਤਾ ਪਿਤਾ ਨਹੀਂ ਮੰਨ ਰਹੇ ਸਨ। 2 ਸਾਲ ਲੰਘ ਗਏ। ਲੜਕੀ ਦੇ ਪਿੰਡੋਂ ਸਿਆਣੇ ਬੰਦੇ ਆਏ। ਪਿੰਡ ਦੇ ਮੁਖੀ ਬੰਦਿਆਂ ਨੂੰ ਨਾਲ ਲੈ ਕੇ ਕਿਹਾ ਗਿਆ। ਇਲਾਕੇ ਦੇ ਪਤਵੰਤੇ ਸੱਜਣਾ ਤੋਂ ਸਿਫਾਰਸ਼ਾਂ ਪਵਾਈਆਂ ਗਈਆਂ, ਪਰ ਸਰਦਾਰ ਦਲੇਰ ਸਿੰਘ ਤੇ ਉਸ ਦੀ ਪਤਨੀ ਆਪਣੀ ਅੜੀ ਤੋਂ ਟਸ ਤੋਂ ਮਸ ਨਾ ਹੋਏ। ਲੜਕੀ ਵਾਲਾ ਪਰਿਵਾਰ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਦੇ ਡੇਰੇ ਆਉਂਦੇ ਜਾਂਦੇ ਸਨ, ਸ਼ਰਧਾਲੂ ਸਨ। ਉਹਨਾਂ ਨੇ ਜਾ ਕੇ ਸੰਤ ਜੀ ਨੂੰ ਸਾਰੀ ਘਟਨਾ ਦੱਸੀ ਅਤੇ ਆਪਣੀ ਲੜਕੀ ਨੂੰ ਵਸਾਉਣ ਦੇ ਮੰਤਵ ਨਾਲ ਸੰਤ ਜੀ ਨੂੰ ਬੜੀ ਨਿਮਰਤਾ ਨਾਲ ਬੇਨਤੀ ਕੀਤੀ। ਇਸ ਤੋਂ 2 ਦਿਨ ਪਹਿਲਾਂ ਜਦੋਂ ਕੁਝ ਪਤਵੰਤੇ ਸੱਜਣਾ ਨੇ ਦਲੇਰ ਸਿੰਘ ਨੂੰ ਕਿਹਾ ਸੀ
ਕਿ ਅਸੀਂ ਘੁੰਮਣਾ ਵਾਲੇ ਬਾਬਾ ਜੀ ਨੂੰ ਜਾ ਕੇ ਬੇਨਤੀ ਕਰਾਂਗੇ, ਫਿਰ ਤਾਂ ਤੁਹਾਨੂੰ ਮੰਨਣਾ ਹੀ ਪਊ। ਤਾਂ ਸਰਦਾਰ ਦਲੇਰ ਸਿੰਘ ਨੇ ਗੁੱਸੇ ਵਿੱਚ ਕਿਹਾ, ਘੁੰਮਣਾ ਵਾਲਾ ਬਾਬਾ ਜਦੋਂ ਵੀ ਕੁੜੀ ਦਾ ਮਾਮਾ ਬਣ ਕੇ ਆਊਗਾ ਉਦੋਂ ਵੀ ਵੇਖ ਲਵਾਂਗੇ। ਸੰਗਤ ਰੂਪ ਵਿੱਚ ਆਏ ਇਹ ਪਤਵੰਤੇ ਸੱਜਣ ਅਤੇ ਸੰਗਤ ਦਾ ਕਹਿਣਾ ਮੰਨ ਕੇ ਸੰਤ ਘੁੰਮਣਾ ਵਾਲੇ ਉਸ ਪਿੰਡ ਵੱਲ ਨੂੰ ਚੱਲ ਪਏ। ਇਸ ਅਣਬਣ ਦੀ ਇਲਾਕੇ ਵਿੱਚ ਪਹਿਲਾਂ ਹੀ ਬਹੁਤ ਚਰਚਾ ਹੋ ਚੁੱਕੀ ਸੀ, ਕਿਉਂਕਿ ਨੇੜੇ ਤੇੜੇ ਦੇ ਸਭ ਪਤਵੰਤੇ ਪੁਰਸ਼ ਲੜਕੀ ਨੂੰ ਵਸਾਉਣ ਲਈ ਆਪਣਾ ਜ਼ੋਰ ਲਗਾ ਚੁੱਕੇ ਸਨ। ਜਿਸ ਨੂੰ ਵੀ ਪਤਾ ਲੱਗਾ ਕਿ ਸੰਤ ਜੀ ਇਸ ਮਸਲੇ ਦੇ ਹੱਲ ਲਈ ਸੰਗਤ ਨਾਲ ਤੁਰ ਪਏ ਹਨ, ਸੈਂਕੜੇ ਹੀ ਲੋਕ ਇਸ ਸੰਗਤ ਦੇ ਨਾਲ ਰਲ ਗਏ। ਸੰਤ ਜੀ ਇਸ ਪਿੰਡ ਵਿਖੇ ਸਰਦਾਰ ਦਲੇਰ ਸਿੰਘ ਦੇ ਘਰ ਪਹੁੰਚੇ। ਜਪਜੀ ਸਾਹਿਬ ਦੇ ਪਾਠ ਹੋਏ, ਸ਼ਬਦ ਪੜ੍ਹੇ ਗਏ। ਸੰਤ ਜੀ ਨੇ ਬਚਨ ਕੀਤਾ, ਘਰ ਵਾਲਾ ਕਿੱਥੇ ਆ? ਸਰਦਾਰ ਦਲੇਰ ਸਿੰਘ ਸੰਤ ਜੀ ਦੇ ਲਾਗੇ ਆ ਕੇ ਬੈਠ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ ਘਰ ਤੁਹਾਡਾ ਹੀ ਆ ਜੀ। ਅੱਛਾ ਦਲੇਰ ਸਿਆਂ, ਆਪਣੀ ਘਰ ਵਾਲੀ ਨੂੰ ਵੀ ਸੱਦ। ਮਹਾਂਪੁਰਖਾਂ ਨੇ ਬਚਨ ਕੀਤਾ, ਆਹ ਤੁਹਾਡੇ ਕੋਲ ਹੀ ਬੈਠੀ ਹੋਈ ਹੈ ਬਾਬਾ ਜੀ। ਦਲੇਰ ਸਿੰਘ ਨੇ ਉੱਤਰ ਦਿੱਤਾ। ਸਾਹਮਣੇ ਹੋ ਕੇ ਬੈਠੋ, ਬਾਬਾ ਜੀ ਨੇ ਕਿਹਾ। ਦਲੇਰ ਸਿੰਘ ਤੇ ਉਸ ਦੀ ਪਤਨੀ ਸੰਤ ਜੀ ਦੇ ਸਨਮੁਖ ਹੋ ਕੇ ਬੈਠ ਗਏ। ਸੰਤ ਜੀ ਨੇ ਬਚਨ ਕੀਤਾ, ਮੈਂ ਹੁਣ ਇੱਥੇ ਤੁਹਾਡੇ ਕੋਲ ਕੁੜੀ ਦਾ ਮਾਮਾ ਬਣ ਕੇ ਆਇਆ ਵਾਂ। ਕੁੜੀ ਨੂੰ ਲੈ ਆਓ ਤੇ ਆਪਣਾ ਘਰ ਵਸਾਓ। ਸੰਗਤ ਵਿੱਚ ਇੱਕਦਮ ਚੁੱਪ ਵਰਤ ਗਈ। ਦਲੇਰ ਸਿੰਘ ਤੇ ਉਸ ਦੀ ਘਰਵਾਲੀ ਵੀ ਚੁੱਪ ਸਨ ਤੇ ਉਹ ਮਨ ਵਿੱਚ ਸੋਚ ਰਹੇ ਸਨ ਕਿ 2 ਦਿਨ ਪਹਿਲਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਸੰਤ ਜੀ ਨੂੰ ਕੁੜੀ ਦਾ ਮਾਮਾ ਇਹ ਅਪਸ਼ਬਦ ਕਹੇ ਸਨ। ਅੰਤਰਯਾਮੀ ਸੰਤ ਜੀ ਨੇ ਉਹਨਾਂ ਦੇ ਉਕਤ ਕਹੇ ਹੋਏ ਸ਼ਬਦਾਂ ਨੂੰ ਬੁੱਝ ਲਿਆ ਸੀ। ਦੋਵੇਂ ਜੀ ਸੋਚਾਂ ਵਿੱਚ ਸਨ ਤੇ ਚੁੱਪ ਸਨ ਕਿ ਉਹ ਸੰਤ ਜੀ ਦੇ ਪ੍ਰਸ਼ਨ ਦਾ ਹੁਣ ਕੀ ਉੱਤਰ ਦੇਣ। ਸੰਤ ਜੀ ਨੇ ਫੇਰ ਕਿਹਾ, ਸਰਦਾਰ ਬੋਲਦਾ ਕਿਉਂ ਨਹੀਂ? ਦਲੇਰ ਸਿੰਘ ਨੇ ਆਪਣੀ ਘਰਵਾਲੀ ਵੱਲ ਤੱਕਿਆ ਤੇ ਥੋੜਾ ਜਿਹਾ ਸਿਰ ਫੇਰਿਆ। ਉਸ ਦੀ ਘਰਵਾਲੀ ਨੇ ਕਿਹਾ, ਬਾਬਾ ਜੀ ਅਸਾਂ ਇਹ ਗੱਲ ਨਹੀਂ ਮੰਨਣੀ। ਇਹ ਜਵਾਬ ਸੁਣ ਕੇ ਸੰਤ ਜੀ ਨੇ ਬਚਨ ਕੀਤਾ, ਅਸੀਂ ਤਾਂ ਆਏ ਸਾਂ ਕਿ ਇਹ ਥਾਂ ਵਸਦਾ ਰਹੂ, ਪਰ ਹੁਣ ਤਾਂ ਇਉਂ ਲੱਗਦਾ ਇੱਥੇ ਸੁੰਜੇ ਥਾਂ ਵਿੱਚ ਉੱਲੂ ਹੀ ਬੋਲਿਆ ਕਰਨਗੇ। ਪੂਰੇ ਇਲਾਕੇ ਵਿੱਚ ਸਰਬੱਤ ਮਾਈ ਭਾਈ ਸੰਤ ਜੀ ਦਾ ਪੂਰਾ ਸਤਿਕਾਰ ਕਰਦੇ ਸਨ। ਸੰਤ ਜੀ ਦਾ ਆਖਿਆ ਕੋਈ ਵੀ ਨਹੀਂ ਸੀ ਮੋੜਦਾ। ਅੱਜ ਸੰਤ ਜੀ ਅਤੇ ਸੰਗਤ ਦੇ ਸਰਦਾਰ ਦਲੇਰ ਸਿੰਘ ਦੇ ਘਰ ਵਿੱਚ ਚਰਨ ਪਏ ਸਨ। ਸੰਤ ਜੀ ਖੁਦ ਚੱਲ ਕੇ ਉਸ ਦੇ ਘਰ ਆਏ ਸਨ, ਪਰ ਉਸਨੇ ਸੰਤ ਜੀ ਦਾ ਬਚਨ ਮੰਨਿਆ ਨਹੀਂ। ਸੰਤ ਜੀ ਉੱਠ ਕੇ ਤੁਰ ਪਏ, ਨਾਲ ਸਾਰੀ ਸੰਗਤ ਵੀ ਤੁਰ ਪਈ। ਸਭ ਸੰਗਤ ਮਾਈ ਭਾਈ ਨੇ ਸਰਦਾਰ ਦਲੇਰ ਸਿੰਘ ਤੇ ਉਸਦੇ ਪਰਿਵਾਰ ਨੂੰ ਬਹੁਤ ਬੁਰਾ ਭਲਾ ਕਿਹਾ। ਲੋਕ ਲੱਗੇ ਭਾਂਤ-ਭਾਂਤ ਦੀਆਂ ਗੱਲਾਂ ਕਰਨ ਕਿ ਇਸਨੇ ਬਾਬਾ ਜੀ ਦਾ ਕਿਹਾ ਨਹੀਂ ਮੰਨਿਆ, ਹੁਣ ਔਖਾ ਹੋਵੇਗਾ। 1977 ਤੋਂ ਲੈ ਕੇ ਇਹ ਕਥਾ ਲਿਖਣ ਤੱਕ ਪੂਰੇ 35 ਸਾਲਾਂ ਦਾ ਸਮਾਂ ਹੋ ਗਿਆ ਹੈ। ਦਲੇਰ ਸਿੰਘ ਦੀ ਜਲਦੀ ਹੀ ਮੌਤ ਹੋ ਗਈ ਸੀ। ਉਸ ਦਾ ਪੁੱਤਰ ਹਰੀ ਸਿੰਘ ਇਹ ਘਰ ਵਾਲਾ ਥਾਂ ਛੱਡ ਕੇ ਹੋਰ ਥਾਂ ਤੇ ਚਲਿਆ ਗਿਆ ਅਤੇ ਉਹ ਮਾਤਾ ਪਿਤਾ ਦੇ ਕਹੇ ਤੋਂ ਬਾਹਰ ਹੋ ਗਿਆ। ਉਸ ਦੀ ਮਾਂ ਵੀ ਇਹ ਘਰ ਛੱਡ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿਣ ਲੱਗ ਪਈ। ਪੁੱਤਰ ਨਾਲ ਵੀ ਉਸ ਦੀ ਅਣਬਣ ਹੋ ਗਈ। ਹੁਣ ਬੁਢੇਪੇ ਦੀ ਉਮਰ ਵਿੱਚ ਮਾਂ ਕਿਸੇ ਹੋਰ ਪਿੰਡ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਜੀਵਨ ਨਿਰਬਾਹ ਕਰ ਰਹੀ ਹੈ ਅਤੇ ਪੁੱਤਰ ਹੋਰ ਕਿਤੇ। ਉਹ ਘਰ ਵਾਲਾ ਥਾਂ ਸੰਤ ਜੀ ਦੇ ਬਚਨਾਂ ਨਾਲ ਸੁੰਝਾ ਹੋ ਗਿਆ। ਉਸ ਥਾਂ ਤੇ ਉਜਾੜ ਪਈ ਹੋਈ ਹੈ ਅਤੇ ਉੱਲੂ ਬੋਲਦੇ ਹਨ। ਭਗਤਾਂ ਕਾ ਬੋਲਿਆ ਪਰਵਾਨ ਹੈ, ਦਰਗਹਿ ਪਵੇ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।